ਗੱਲ ਨਹੀਂ, ਮੈਂ ਮਿਲ ਲੈਂਦੇ ਹਾਂ। ਕਿਉਂਕਿ ਕਾਫੀ ਲੰਬਾ ਸਮਾਂ ਹੋ ਚੁੱਕਾ ਅਧਿਆਪਕਾਂ ਨੂੰ ਮਿਲਿਆ ਜਾਵੇਗਾ ਇੱਕ ਵਾਰੀ? ਯਾਰ ਮੈਂ ਤਾਂ 10 ਵਾਰੀ ਮਿਲ ਲਿਆ। ਮੈਂ ਤਾਂ ਦੇਖੋ ਕਿੰਨੀ ਲਗਾ ਦਿੱਤੀ ਗਈ। ਉਹ ਯਾਰ ਮੈਨੂੰ ਨਹੀਂ ਇਸ ਗੱਲ ਦਾ ਪਤਾ ਹੈਗਾ, ਮੈਂ ਤਾਂ ਤੁਹਾਡੇ ਨਾਲੋਂ ਅੰਦਰ ਹੀ ਉੱਠ ਕੇ ਆਇਆ ਕਿ ਮੈਨੂੰ ਕੋਈ ਸਰ ਜਿਸ ਦਿਨ ਤੁਹਾਡੇ ਘਰ ਦੇ ਅੱਛਾ ਪ੍ਰਗਟ ਸਿੰਘ ਜੀ ਇੱਕ ਸਵਾਲ ਹੈ ਕਿ ਕਿਤੇ ਪ੍ਰਗਟ ਸਿੰਘ ਇਹ ਤਾਂ ਨਹੀਂ ਸੋਚਦੇ ਕਿ ਸਿੱਖਿਆ ਮੰਤਰੀ ਬਣ ਕੇ ਗਲਤੀ ਕਰ ਦਿੱਤੀ? ਨਹੀਂ ਦੇਖੋ ਅਲਟੀਮੇਟਲੀ ਸਾਡੇ ਬੱਚੇ ਆ ਨਾ, ਇਹ ਕਿਸੇ ਨੂੰ ਤਾਂ ਸੋਲੂਸ਼ਨ ਲੱਭਣਾ ਹੀ ਪਊਗਾ। ਮੈਂ ਹਮੇਸ਼ਾ ਚੈਲੰਜਸ ਐਕਸੈਪਟ ਕੀਤੇ ਹੈਗੇ ਆ, ਕੋਈ ਇਹੋ ਜਿਹੀ ਗੱਲ ਨਹੀਂ। ਜੇ ਤੁਸੀਂ ਕਹਿੰਦੇ ਤੁਹਾਡੇ ਬੱਚੇ ਹੈਗੇ, ਬੱਚਿਆਂ ਨੂੰ ਰੋਜ਼ ਡਾਂਗਾ ਪੈ ਰਹੀਆਂ, ਕੁੜੀਆਂ ਦੀਆਂ ਚੁੰਨੀਆਂ ਤੱਕ ਉਤਰ ਰਹੀਆਂ, ਔਰ ਲੜਕੀਆਂ ਨੇ ਇਹ ਵੀ ਕਿਹਾ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਉਹਨਾਂ ਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ। ਜੇ ਤੁਸੀਂ ਕਹਿੰਦੇ ਤੁਹਾਡੇ ਬੱਚੇ ਆ, ਯਾਰ ਦੇਖੋ ਪਤਾ ਕੀ ਆ ਪ੍ਰੋਬਲਮ ਆਪਣੀ ਕਿੱਥੇ ਆ, ਆਪਾਂ ਸਿਰਫ ਤੇ ਸਿਰਫ ਖਬਰ ਬਣਾਉਨੇ ਆ। ਤੁਸੀਂ ਦੇਖੋ ਗੱਲ ਤਾਂ ਸੁਣੋ, ਇੱਕ ਖਬਰ ਡੈਮੋਕ੍ਰੇਸੀ ਦੇ ਵਿੱਚ ਹਰ ਬੰਦੇ ਨੂੰ ਪ੍ਰੋਟੈਸਟ ਕਰਨ ਦਾ ਇੱਕ ਹੱਕ ਹੈ ਜੀ, ਪਰ ਪ੍ਰੋਟੈਸਟ ਇਹ ਵੀ ਨਹੀਂ ਕਰਨ ਦਾ ਹੱਕ ਕਿ ਮੇਰੇ ਘਰੇ ਜਾ ਕੇ ਕੋਈ ਵੜ ਜਾਵੇ। ਮੇਰੇ ਘਰ ਦੇ ਵਿੱਚ ਮੇਰੇ ਆਪਣੇ ਪੇਰੈਂਟਸ ਆ, ਬਜ਼ੁਰਗ ਹੈ, ਬਿਮਾਰ ਰਹਿੰਦੇ ਆ, ਤੁਹਾਨੂੰ ਲੱਗਦਾ ਵੀ ਇਹ ਗੱਲ ਠੀਕ ਹੈ? ਉੱਥੇ ਮਹੱਲੇ ਦੇ ਵਿੱਚ ਹੁਣ ਹੋ ਕੀ ਰਿਹਾ, ਮਹੱਲੇ ਦੇ ਵਿੱਚ ਜਿਹੜੇ ਲੋਕੀ ਰਹਿਣ ਵਾਲੇ ਆ, ਤੁਸੀਂ ਉਹਨਾਂ ਬਾਰੇ ਕਦੀ ਪੁੱਛਿਆ? ਤੁਸੀਂ ਜਾ ਕੇ ਉਹਨਾਂ ਦੀ ਬਾਈਟ ਕਰਕੇ ਦੇਖੋ। ਲੋਕ ਕਾਫੀ ਪਰੇਸ਼ਾਨ ਹੈ ਉੱਥੇ। ਨਹੀਂ ਪਰ ਮੇਰੇ ਕਹਿਣ ਦਾ ਮਤਲਬ ਆ, ਮੇਰੇ ਆਫੀਸ਼ੀਅਲ ਚੰਡੀਗੜ੍ਹ ਆਫੀਸ਼ੀਅਲ ਤੇ ਮੇਰੇ ਜਿੱਥੇ ਆਫੀਸ਼ੀਅਲ ਰੈਜ਼ੀਡੈਂਸ ਆ, ਗੱਲ ਤਾਂ ਸੁਣੋ ਯਾਰ, ਤੁਸੀਂ ਮੇਰੀ ਵੀ ਕਿਤੇ ਸਪੋਰਟ ਕਰੋ ਇਸ ਗੱਲ ਲਈ। ਤੁਸੀਂ ਮੇਰੇ ਰੈਜ਼ੀਡੈਂਸ ਤੇ ਉਹਨਾਂ ਨੂੰ ਕਹੋ ਧਰਨਾ ਲਾਓ, ਪਰ ਦੇਖੋ ਲੋਕਾਂ ਦੀਆਂ ਸਮੱਸਿਆਵਾਂ ਦੇਖੋ, ਤੁਸੀਂ ਲੋਕਾਂ ਦੇ ਨੁਮਾਇੰਦੇ ਹੀ ਆ ਨਾ, ਤੁਸੀਂ ਲੋਕਾਂ ਲਈ ਕੰਮ ਕਰਦੇ ਆ। ਤੁਸੀਂ ਜਾਓ ਜਾ ਕੇ ਸਾਰੇ ਆਲੇ ਦੁਆਲੇ ਜਿੰਨੇ ਮਹੱਲੇ ਆ ਉਹਨਾਂ ਨੂੰ ਪੁੱਛ ਕੇ ਦੇਖੋ, ਉੱਥੇ ਜਾ ਕੇ ਦੇਖੋ ਕਿੰਨੀ ਕੁ ਉੱਥੇ ਜਿਹੜੀ ਆ ਆਲੇ ਦੁਆਲੇ ਖਲਾਰਾ ਪਿਆ ਹੋਇਆ। ਛੱਡ ਅਸੀਂ ਗੱਲਬਾਤ ਕੀਤੀ ਨਾ, ਉਹਦੇ ਬੱਲੇ ਵਾਲੇ ਇਸ ਬਾਰੇ ਕਹਿ ਰਹੇ ਆ, ਕਹਿੰਦੇ ਅਸੀਂ ਪਰੇਸ਼ਾਨ ਹੋਏ ਪਏ ਆ ਕਿਉਂਕਿ ਬੈਰੀਕੇਡ ਲੱਗ ਜਾਂਦੇ ਆ, ਜਿਹੜੇ ਉਹਨਾਂ ਦੇ ਆਣਾ ਹੁੰਦਾ ਉਹ ਗੱਡੀਆਂ ਬਾਹਰ ਰੋਕ ਕੇ ਜਾਂਦੀਆਂ। ਹੁਣ ਤਾਂ ਪੁਲਿਸ ਨੇ ਗਲੀ ਤੱਕ ਬੰਦ ਕਰ ਦਿੱਤੀ। ਨਹੀਂ ਪਰ ਜੇ ਸਪੋਜ਼ ਮੇਰੇ ਘਰ ਦੇ ਵਿੱਚ ਮੈਂ ਹੈ ਨਹੀਂਗਾ, ਮੇਰੇ ਮਾਂ ਪਿਓ ਉੱਥੇ ਬਜ਼ੁਰਗ ਹੈਗੇ ਆ, ਮੇਰੇ ਕਹਿਣ ਦਾ ਮਤਲਬ ਹੁਣ ਦੱਸੋ ਨਾ ਵੀ ਤੁਸੀਂ ਜੇ ਤੁਹਾਡੇ ਮਾਂ ਪਿਓ ਇਦਾਂ ਹੁਣ ਤੁਸੀਂ ਕੀ ਕਰੋਗੇ, ਮੈਨੂੰ ਇਹ ਦੱਸ। ਤੁਸੀਂ ਮੀਡੀਆ ਨੂੰ ਡੈਮੋਕ੍ਰੇਸੀ ਦਾ ਚੌਥਾ ਪਿਲਰ ਕਿਹਾ। ਜਿਸ ਦਿਨ ਅਸੀਂ ਕਵਰੇਜ ਕਰਨ ਗਏ ਸੀ, ਔਨ ਦਾ ਰਿਕਾਰਡ ਸਾਰੀ ਮਤਲਬ ਗੱਲ ਹੋਈ ਸੀ, ਤੁਹਾਡੇ ਮਿਸਿਸ ਵੱਲੋਂ ਇਹ ਗੱਲ ਆਖੀ ਗਈ ਕਿ ਜਿਹੜੇ ਪੱਤਰਕਾਰ ਕੰਧਾਂ ਤੇ ਚੜ੍ਹ ਕੇ ਕਵਰੇਜ ਕਰ ਰਹੇ ਨੇ ਉਹਨਾਂ ਤੇ ਪਰਚੇ ਦਰਜ ਕਰੋ ਕਿ ਮੀਡੀਆ ਦਾ ਕੰਮ ਨਹੀਂ। ਪਰ ਭੈਣ ਜੀ ਆਪਣਾ ਇਹ ਵੀ ਨਹੀਂ ਫਰਜ਼ ਬਣਦਾ ਆਪਣੇ ਕਿਸੇ ਘਰ ਦੇ ਕੰਧ ਤੇ ਚੜ੍ਹ ਕੇ ਉਹਨਾਂ ਦੇ ਘਰ ਦੇ ਵਿੱਚ ਐਕਚੁਅਲੀ ਗੱਲ ਸੁਣੋ, ਯਾਰ ਦੇਖੋ ਮਨਵੀਰ, ਇਹਨੂੰ ਆਪਾਂ ਸਿੱਧੇ ਪਾਸੇ ਨੂੰ ਤੋਰੀਏ। ਦੇਖੋ ਭੈਣ ਜੀ ਆ ਦੇਖੋ, ਮੰਨ ਲਓ ਸਪੋਜ਼ ਕਿਸੇ ਘਰ ਦੇ ਵਿੱਚ ਲੇਡੀਜ਼ ਆ, ਉਸ ਘਰ ਦੇ ਵਿੱਚ ਆਪਾਂ ਚਾਹੁੰਦੇ ਆ ਵੀ ਕੋਈ ਕੰਧ ਤੇ ਚੜ੍ਹ ਕੇ ਕੋਈ ਕਵਰੇਜ ਕਰੇ। ਤੁਸੀਂ ਦੱਸ ਦਿਓ, ਜੇ ਤੁਸੀਂ ਠੀਕ ਕਹਿੰਦੇ ਆ ਤਾਂ ਫਿਰ ਆਪਾਂ ਉਹ ਗੱਲ ਕਰ ਲੈਂਦੇ ਆ। ਸਰ ਲਾਸਟ ਸਵਾਲ ਹੈ ਕਿ ਉਹਨਾਂ ਨੂੰ ਮਿਲਿਆ ਜਾਊਗਾ ਜਿਹੜੇ ਮਿਲਣ ਆਏ? ਹਾਂ ਮੈਨੂੰ ਤਾਂ ਯਾਰ ਤੁਸੀਂ ਸਰ ਇੱਕ ਮਿੰਟ ਯਾਰ, ਜਾਂ ਤਾਂ ਮੈਨੂੰ ਬੇਟਾ ਦੱਸੋ। ਫਸਟ ਆਫ ਆਲ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਗੱਲ ਸੁਣਨ ਲਈ। ਉਹ ਯਾਰ ਕੋਈ ਬੇਟਾ ਕੋਈ ਦੋਸਤ ਅਸੀਂ ਸਰ ਜਿਹੜੇ ਹੈਗੇ ਆ ਪੰਜਾਬੀ ਹਿੰਦੀ ਐਸਐਸਟੀ ਦੀ ਪੋਸਟ ਨੂੰ ਲੈ ਕੇ ਗੱਲ ਸੁਣ ਲੈਣ ਦਿਓ, ਗੱਲ ਸੁਣ ਲੈਣ। 4.5 ਸਾਲਾਂ ਤੋਂ ਸਰ ਸੜਕਾਂ ਸਰ ਮੁਲਾਜ਼ਮਾਂ ਨੂੰ ਪਿੱਛੇ ਕਰਦੇ ਹੋ, ਅਸੀਂ ਕਿਹੜੇ ਉਗਰਵਾਦੀ ਐ? ਮੁਲਾਜ਼ਮਾਂ ਨੂੰ ਪਿੱਛੇ ਕਰਦੇ ਹੋ। ਚਲੋ ਸਰ, ਅਸੀਂ 4.5 ਸਾਲਾਂ ਤੋਂ ਸਰ ਸੜਕਾਂ ਤੇ ਰੁਲ ਰਹੇ ਹਾਂ ਪੰਜਾਬ ਦੀਆਂ ਤੇ ਦੇਖੋ ਲਗਾਤਾਰ ਪੁਲਿਸ ਪਹਿਲਾਂ ਮੋਤੀ ਮਹਿਲਾ ਸਾਡੇ ਢੂਏ ਤੋੜਦੀ ਰਹੀ। ਬੇਟਾ ਮੇਰੇ ਗੱਲ ਸੁਣੋ ਸਰ, ਸੰਗਰੂਰ ਤੇ ਜੋ ਸਿੱਖਿਆ ਮੰਤਰੀ ਸੀ ਉਹਨਾਂ ਨੇ ਵੀ ਇਹੀ ਕੀਤਾ। ਅਸੀਂ ਜਦੋਂ ਤੁਸੀਂ ਸਾਨੂੰ ਸ਼ਾਂਤ ਕੀਤਾ, ਅਸੀਂ ਤੁਹਾਨੂੰ ਐਜ਼ ਆ ਫਾਦਰ ਅਸੀਂ ਮੰਨ ਕੇ ਅਸੀਂ ਤੁਹਾਡੀ ਗੱਲ ਚਲੇ ਗਏ। ਤੁਸੀਂ 4 ਤਰੀਕ ਨੂੰ ਕਿਹਾ, ਪਿਛਲੇ 28 ਅਕਤੂਬਰ ਨੂੰ ਕਿਹਾ, 12 ਨੂੰ ਵੀ ਕਿਹਾ ਸੀ, ਤੁਹਾਡੀ ਉਦਾਂ ਹੀ ਅਸੀਂ ਚਾਹੁੰਦੇ ਵਾਪਸ ਰਹੇ। ਤੇ ਸਾਡੀਆਂ ਜਿਹੜੀ ਮੀਟਿੰਗਾਂ ਨੇ ਉਹ ਲਗਾਤਾਰ ਲਾਰਾ ਹੁੰਦੀਆਂ ਜਾ ਰਹੀਆਂ ਨੇ। ਜਿਹੜੇ ਸਾਡੇ ਸਾਥੀ ਹੈ ਉਹ ਇੱਕ ਮਿੰਟ ਇੱਕ ਘੜੀ ਦੇ ਨਾਲ ਓਵਰੇਜ ਹੋ ਰਹੇ ਆ। ਤੇ ਉਹ ਸਾਨੂੰ ਸ਼ਾਂਤੀ ਇੱਕ ਜਦੋਂ ਦਿਨ ਚੜ੍ਹਦਾ ਸੀ ਸਾਡੀ ਉਥੋਂ ਮੌਤ ਹੁੰਦੀ ਹੈ। ਅਸੀਂ ਕੀ ਸੋਚਦੇ ਕਿ ਅਸੀਂ ਆਪਣੇ ਮਾਪੇ ਨੂੰ ਜਿਹਨਾਂ ਸਾਨੂੰ ਦਿਹਾੜੀਆਂ ਕਰਕੇ ਪੜਾਇਆ ਸੀ ਉਹਨਾਂ ਨੂੰ ਕੀ ਜਵਾਬ ਦਈਏ? ਅਸੀਂ ਟੈਸਟ ਤਾਂ ਕਲੀਅਰ ਕਰ ਲਏ, ਅਸੀਂ ਯੋਗਤਾ ਪੂਰੀ ਕਰ ਲਈ, ਪਰ ਸਾਡੇ ਕੋਲੇ ਰੁਜ਼ਗਾਰ ਹੈ ਨਹੀਂ। ਅਸੀਂ ਬੇਟਾ ਹਾਂਜੀ ਆਪਣੇ ਤੁਹਾਨੂੰ ਪਤਾ ਵੀ 28000 ਟੀਚਰਾਂ ਦੀ ਭਰਤੀ ਹਾਈ ਕੋਰਟ 'ਚ ਸਟਕ ਹੋਈ ਆ। ਇੱਕ 2264 6635 ਤੇ 8393 ਗੱਲ ਤਾਂ ਸੁਣ ਲਓ। ਉਹਦੇ ਤੋਂ ਇਲਾਵਾ ਅਸੀਂ ਲਗਭਗ 15000 ਟੀਚਰ ਦੀ ਭਰਤੀ ਹੋਰ ਮੈਂ ਕੈਬਨਿਟ 'ਚ ਲੈ ਲਈ। ਅੱਛਾ ਸੀਐਮ ਸਾਹਿਬ ਨਾਲ ਟਾਈਮ ਫਿਕਸ ਕਰ ਲਿਆ ਵੀ ਸਾਨੂੰ 2-3 ਘੰਟੇ ਦਿਓ, ਕਿਉਂਕਿ ਮੈਂ ਕੀ ਕਰਦਾ ਕਦੀ ਚਿੱਠੀ ਫਾਈਨਾਂਸ ਨੂੰ ਭੇਜ ਦਿੰਦਾ, ਕਦੀ ਪਰਸੋਨਲ ਨੂੰ ਭੇਜ ਦਿੰਦਾ। ਹੁਣ 35000 ਟੀਚਰ ਦੀ ਭਰਤੀ ਲਗਭਗ ਇਨ ਪ੍ਰੋਸੈਸ 'ਚ ਆ। ਮੈਨੂੰ 35 ਦਿਨ ਹੋਏ ਆ।
ਅੱਛਾ ਜੀ, ਤੁਹਾਡੀਆਂ ਜਿੰਨੀਆਂ ਜਥੇਬੰਦੀਆਂ ਮੈਂ ਲਗਭਗ 8-8 10-10 ਵਾਰੀ ਮਿਲ ਹਟਿਆ, ਠੀਕ ਹੈ ਨਾ। ਅੱਛਾ ਤੁਸੀਂ ਇੱਕ ਅੱਧੀ ਜਗ੍ਹਾ ਤਾਂ ਮੈਂ ਇਹ ਵੀ ਕਿਹਾ ਵੀ ਜੇ ਕੋਈ ਏਜੰਸੀ ਆਪਾਂ ਨੂੰ ਇਦਾਂ ਤੇਜ਼ ਕਰਕੇ ਦੇ ਸਕਦੀ ਆ ਤਾਂ ਤੁਸੀਂ ਦੱਸ ਦਿਓ, ਮੈਂ ਉਹਨੂੰ ਭੇਜ ਦਿੰਦਾ। ਯਾਰ ਗੱਲ ਤਾਂ ਹਾਂਜੀ, ਆਪਾਂ ਕਿਸੇ ਪੈਰਾਮੀਟਰ ਨੂੰ ਤਾਂ ਫੋਲੋ ਕਰਾਂਗੇ ਕਿ ਨਹੀਂ ਕਰਾਂਗੇ। ਜੇ ਤਾਂ ਤੁਸੀਂ ਇਹ ਮੈਨੂੰ ਦੱਸ ਦਿਓ ਵੀ ਜੇ ਤਾਂ ਕੋਈ ਪੈਰਾਮੀਟਰ ਨੂੰ ਫੋਲੋ ਨਹੀਂ ਕਰਾਂਗੇ ਹੈ ਨਾ, ਫਿਰ ਤਾਂ ਆਪਾਂ ਉਹ ਕਰ ਲਈਏ। ਜੇ ਕਿਸੇ ਪੈਰਾਮੀਟਰ ਨੂੰ ਫੋਲੋ ਕਰਨਾ ਫਿਰ ਆਪਾਂ ਨੂੰ ਇਸ ਲਈ ਸਮਾਂ ਤਾਂ ਲੱਗੂਗਾ ਕਿ ਨਹੀਂ ਲੱਗੂਗਾ। ਅੱਛਾ ਤੁਸੀਂ ਜਾਂ ਤਾਂ ਤੁਸੀਂ ਦੱਸੋ ਵੀ ਮੇਰਾ ਖਿਆਲ ਹੈ ਵੀ ਤੁਹਾਡੀਆਂ ਜਿੰਨੀਆਂ ਜਥੇਬੰਦੀਆਂ ਮੈਂ 10-10 ਵਾਰੀ ਮਿਲ ਹਟਿਆ ਕਿਸੇ ਨੂੰ। ਅੱਛਾ ਸਿਰਫ ਉਦਣ ਦੀ ਗੱਲ ਹੈ ਜਿੱਦਣ ਬੇਸਿਕਲੀ ਮੇਰੇ ਘਰੇ, ਅੱਛਾ ਮੇਰੇ ਪੇਰੈਂਟਸ, ਗੱਲ ਸੁਣੋ, ਮੇਰੇ ਮਾਂ ਪਿਓ ਬਿਮਾਰ ਰਹਿੰਦੇ ਆ, ਠੀਕ ਹੈ ਨਾ। ਮੈਂ ਤਾਂ ਸਿਰਫ ਇਹੀ ਕਿਹਾ ਕਿ ਯਾਰ ਮੇਰੇ ਉੱਥੇ ਆਫੀਸ਼ੀਅਲ ਤੇ ਆ ਜਾਓ। ਅੱਛਾ ਦੂਸਰੀ ਗੱਲ ਹੈ ਮੇਰੇ ਉੱਥੇ ਮਹੱਲੇ ਦੇ ਵਿੱਚ ਤੁਸੀਂ ਕਿਤੇ ਜਾ ਕੇ ਦੇਖੋ। ਮੈਂ ਤਾਂ ਪੱਤਰਕਾਰਾਂ ਨੂੰ ਵੀ ਕਿਹਾ, ਮੈਂ ਕਿਹਾ ਯਾਰ ਉਹਨਾਂ ਦਾ ਵੀ ਕੋਈ ਰਾਈਟ ਹੈਗਾ ਕਿ ਨਹੀਂ ਹੈਗਾ, ਕਿਉਂਕਿ ਤੁਹਾਡੇ ਮਹੱਲੇ ਦੇ ਵਿੱਚ ਵੀ ਕੋਈ ਇਦਾਂ ਗੱਲ ਆਣ ਕੇ ਕਰੇ ਤਾਂ ਉਹ ਅਲਟੀਮੇਟਲੀ ਬੰਦੇ ਤਾਂ ਜਿਹੜੇ ਕਿਤੇ ਨਾ ਕਿਤੇ ਉਹਦਾ। ਤੁਸੀਂ ਮੇਰੇ ਕੋਲ ਚੰਡੀਗੜ੍ਹ ਆ ਜਾਓ, ਪੈਨਲ ਮੈਂ ਤੁਹਾਨੂੰ ਮੀਟਿੰਗ ਦੇ ਹਟਿਆ। ਅੱਛਾ ਮੈਂ ਉਹਦੇ ਤੇ ਕੰਮ ਕਰ ਰਿਹਾ। ਪੈਨਿਕ ਕੀ ਹੋਇਆ ਆ ਕਿ ਸਮਾਂ ਥੋੜਾ, ਪੈਨਿਕ ਅਸਲੀ ਗੱਲ ਆ ਸਾਰਿਆਂ 'ਚ ਪੈਨਿਕ ਇਸ ਗੱਲ ਦਾ ਆ ਵੀ ਸਮਾਂ ਥੋੜਾ ਆ, ਵੀ ਐ ਨਾ ਹੋਵੇ ਵੀ ਕੋਡ ਆਫ ਕੰਡਕਟ ਲੱਗ ਜਾਵੇ। ਪਰ ਜਿਹੜੇ ਪ੍ਰੋਸੈਸ ਸ਼ੁਰੂ ਹੋ ਗਏ ਉਹਦੇ ਤੇ ਬਿਲਕੁਲ ਕੋਡ ਆਫ ਕੰਡਕਟ ਦਾ ਕੋਈ ਰੌਲਾ ਨਹੀਂ ਹੈਗਾ। ਅਸੀਂ ਜਦੋਂ ਇਹ ਚੀਜ਼ ਪਹਿਲਾਂ ਸਰਕਾਰ ਕਹਿੰਦੀ ਹੈ ਕਿ ਤੁਹਾਨੂੰ ਬੰਨੇ ਲਾਇਆ ਜਾਏਗਾ, ਪਹਿਲੀ ਗੱਲ ਤਾਂ ਅਸੀਂ ਵਿਰੋਧ ਨਹੀਂ ਕਰਦੇ ਇਸ ਚੀਜ਼ ਦਾ ਕਿ ਪਹਿਲੇ ਟੈਟ ਵਾਲੇ ਬੰਦੇ ਇਹਦੇ ਸੜਕਾਂ ਤੇ ਰੁਲ ਰਿਹਾ, ਦੂਸਰਾ ਅਨਾਉਂਸ ਕਰ ਦਿੱਤਾ ਗਿਆ ਉਹਦੇ ਤੇ ਹੁਣ ਬੰਦੇ ਕੱਲ੍ਹ ਨੂੰ ਉਹ ਵੀ ਪੰਗਾ ਪਾ ਕੇ ਖੜ ਜਾਣਗੇ। ਅਸੀਂ ਤੇ ਫੇਰ ਸਰ ਤੁਹਾਡੇ ਇਲੈਕਸ਼ਨ ਕੋਡ ਦੀ ਭੇਟ ਚੜ ਜਾਾਂਗੇ। ਜਿਹੜੀਆਂ ਹੁਣ ਆਪਸ ਵਿੱਚ ਇਹਨਾਂ ਦੀਆਂ ਕਨਫਲਿਕਟ ਆ ਸਾਡੀਆਂ, ਇੱਕ ਮਿੰਟ ਯਾਰ, ਸਾਡੀਆਂ ਜਿੰਨੀਆਂ ਪ੍ਰੋਬਲਮਸ ਆ ਉਹਦੇ ਵਿੱਚ ਪਟੀਸ਼ਨਰ ਕਿੰਨੇ ਆ? 700। ਮੈਂ ਗੱਲ ਤਾਂ ਸੁਣੋ ਯਾਰ, 700 ਪਟੀਸ਼ਨਰ ਆ। ਮੈਂ ਇਹਨਾਂ ਨੂੰ ਕਿਹਾ ਆਪਾਂ 700 ਪੋਸਟਾਂ ਰਹਿਣ ਦਿੰਨੇ ਆ, ਬਾਕੀ ਤਾਂ ਲਾਅ ਕਰ ਦਿਓ। ਯਾਰ ਤੁਸੀਂ ਉਹਨਾਂ 700 ਨੂੰ ਮਨਾ ਲਓ, ਮੈਂ ਕਮ ਸੇ ਕਮ 1800 ਬੱਚਾ ਤਾਂ ਭਰਤੀ ਕਰ ਦੇਵਾਂ। ਯਾਰ 1800 ਘਰ ਦੇ ਚੁੱਲ੍ਹੇ ਤਾਂ ਬਣ ਲੱਗਣਗੇ, 18000 ਬੱਚੇ ਤਾਂ ਕਮ ਸੇ ਕਮ ਜੌਬ ਲੈਣਗੇ। ਲੇਕਿਨ ਹੁਣ ਜਿਹੜਾ ਕੋਰਟ ਦਾ ਕੰਮ ਆ, ਹਾਈ ਕੋਰਟ ਦਾ ਕੰਮ ਆ, ਉਹਦੇ 'ਚ ਤਾਂ ਮੇਰਾ ਕੋਈ ਰੋਲ ਨਹੀਂ ਹੈ ਯਾਰ। ਸਾਡੀ ਤਾਂ ਪੋਸਟ ਹਜੇ ਕਿਤੇ ਵੀ ਨਹੀਂ ਨਾ ਹੈਗੀ। ਪੰਜਾਬੀ ਹਿੰਦੀ ਐਸਐਸਟੀ ਦੀ ਜਿਹੜੀ ਪੋਸਟ ਹੈ ਉਹ ਤਾਂ ਸਾਨੂੰ, ਹਾਂਜੀ 4092 ਪੋਸਟਾਂ ਮੈਂ ਸਾਰੀਆਂ ਕੰਸੋਲੀਡੇਟ ਕਰਕੇ ਕੈਬਨਿਟ 'ਚ ਲੈ ਗਿਆ ਆਲਰੇਡੀ। ਤੁਹਾਡੀ ਜਥੇਬੰਦੀ ਨੇ ਵੀ ਮੈਨੂੰ ਮਿਲ ਲਿਆ ਔਰ ਉਹਦੇ ਵਿੱਚ 2500, ਉਹਦੇ ਤੋਂ ਇਲਾਵਾ 2500 ਫਿਜ਼ੀਕਲ ਐਜੂਕੇਸ਼ਨ ਦੀਆਂ ਪੋਸਟਾਂ ਵੀ ਹੈਗੀਆਂ। ਤੇ ਕਿਉਂਕਿ ਮੈਂ ਫਿਜ਼ੀਕਲ ਐਜੂਕੇਸ਼ਨ ਤੇ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਕੰਮ ਕਰਨਾ ਚਾਹੁੰਦਾ ਵੀ ਤਾਂ ਕਿ ਸਾਡੇ ਬੱਚੇ ਫਿਜ਼ੀਕਲੀ ਠੀਕ ਹੋਣ। ਸੋ ਇਹ ਕੰਮ ਮੈਂ ਕਰ ਰਿਹਾ ਹੈਗਾ। ਇਹਦੇ ਤੋਂ ਇਲਾਵਾ ਤੁਸੀਂ ਮੈਨੂੰ ਗਾਈਡ ਕਰ ਦਿਓ। ਮੈਂ ਤਾਂ ਮੀਡੀਆ ਨੂੰ ਕਿਹਾ, ਮੈਂ ਕਿਹਾ ਯਾਰ ਐਂ ਕਰੋ, ਇਹ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਕਰਕੇ ਮੈਂ ਮਿਲ ਲਈ ਨਾ, ਸਾਡੇ ਬੱਚੇ ਆ ਯਾਰ, ਕਿਉਂ ਪ੍ਰੋਟੈਸਟ ਕਰਨੇ ਇਹ? ਕਿਉਂਕਿ ਜੋ ਦੇਖੋ ਜਿੰਨੀ ਮੈਂ 18 ਘੰਟੇ ਕੰਮ ਕਰਦਾ, ਇਦੋਂ ਵੱਧ ਸ਼ਾਇਦ ਕੰਮ ਕੀਤਾ ਨਹੀਂ ਜਾ ਸਕਦਾ, ਠੀਕ ਹੈ ਨਾ। ਜੇ ਤਾਂ ਇਹਦੇ ਤੋਂ ਇਲਾਵਾ ਕੋਈ ਗੱਲ ਹੈਗੀ ਤਾਂ ਮੈਨੂੰ ਦੱਸੋ। ਜੇ ਤਾਂ ਤੁਸੀਂ ਕਹੋ ਵੀ ਹਾਂ ਵੀ ਮੈਂ ਕਦੀ ਤੁਹਾਨੂੰ ਮਿਲਣ ਤੋਂ ਮਨਾ ਕੀਤਾ ਹੋਵੇ, ਮੈਂ ਤਾਂ ਯਾਰ ਹਮੇਸ਼ਾ ਕਿਹਾ ਆ ਜਾਓ ਯਾਰ 10 ਮਿੰਟ ਲਾ ਲੈਨੇ, ਆ ਜਾਓ 10 ਸਾਡੇ ਬੱਚੇ ਯਾਰ, ਇਹ ਕੀ ਗੱਲ ਹੋਈ? ਅਸੀਂ ਤਾਂ ਇੰਨੀ ਰਿਕੁਐਸਟ ਕਰ ਰਹੇ ਹਾਂ ਕਿ ਸਾਨੂੰ ਸਿਰਫ ਇੰਨਾ ਕੀ ਕਲੀਅਰ ਕਰ, ਸਾਡੀ ਪੋਸਟ ਆ ਰਹੀ ਆ ਨਹੀਂ ਆ ਰਹੀ, ਕਦੋਂ ਆ ਰਹੀ ਹੈ ਕਦੋਂ ਨਹੀਂ ਆ ਰਹੀ। ਹਾਂਜੀ ਲੈ ਕੇ ਜਾ ਰਿਹਾ, ਕੈਬਨਿਟ ਦੇ ਕੋਲ ਲੈ ਕੇ ਜਾ ਰਿਹਾ। ਯਾਰ ਛੋਟੇ ਵੀਰ ਮੇਰੇ ਕਹਿਣ ਦਾ ਮਤਲਬ ਆ, ਹੁਣ ਮੈਂ ਕਈ ਚੀਜ਼ਾਂ ਦੇ ਵਿੱਚ ਮੈਂ ਵੀ ਪੈਰਾਮੀਟਰ ਦੇ ਵਿੱਚ ਬੰਨਿਆ ਹੋਇਆ ਹਾਂ। ਅੱਛਾ ਮੇਰੇ ਕਹਿਣ ਦਾ ਮਤਲਬ ਮੈਨੂੰ ਦੱਸੋ, ਸਾਡਾ ਯਾਰ ਬੱਚਾ ਜਦੋਂ ਦੇਖੋ ਤੁਸੀਂ ਕਿਤੇ ਧਰਨਾ ਲਾਉਨੇ ਆ, ਸਾਡੇ ਬੱਚੇ ਆ ਯਾਰ, ਮੈਨੂੰ ਇਸ ਗੱਲ ਦੀ ਤਕਲੀਫ ਹੁੰਦੀ ਆ। ਰਿਐਲਿਟੀ ਹੈ ਕਿ ਮੈਂ ਉੱਦਾਂ ਦਾ ਪੋਲੀਟੀਕਲ ਬੰਦਾ ਨਹੀਂ ਹੈ, ਮੈਂ ਸੈਂਸਿਟਿਵ ਬੰਦਾ ਹੈਗਾ। ਮੈਂ ਯਾਰ ਸਮਝਦਾ ਕਿ ਮੈਂ ਜੋ ਕਰ ਸਕਦਾ ਮੈਨੂੰ ਕਰਨਾ ਚਾਹੀਦਾ। ਮੇਰਾ ਤਾਂ ਇੰਨਾ ਨਜ਼ਰੀਆ ਆ, ਮੈਂ ਪੋਜ਼ਿਟਿਵ ਸੋਚ ਰੱਖਦਾ, ਗਲਤ ਇੰਨੀ ਹੈ। ਤੁਸੀਂ ਆ ਜਾਓ ਮੇਰੇ ਕੋਲ, ਸਿੱਖਿਅਤ ਲਿਆ ਯਾਰ ਆ ਲਿਆ, ਭਾਵੇਂ ਮੈਰੀਟੋਰੀਅਸ ਵਾਲੇ ਹੋ ਗਏ ਜਾਂ ਅਸੀਂ ਪੰਜਾਬੀ ਹਿੰਦੀ ਐਸਐਸਟੀ ਵਾਲੇ ਹੋ ਗਏ, ਈਟੀਟੀ ਵਾਲੇ ਹੋ ਗਏ, ਸਾਰੀ ਸੜਕਾਂ ਤੇ ਕਿਉਂ ਆ? ਸਿੱਖਿਅਤ ਬੰਦਾ ਹੀ ਸੜਕਾਂ ਤੇ ਕਿਉਂ ਆ? ਐਕਚੁਅਲੀ ਹੋਇਆ ਕੀ ਆ, ਦੇਖੋ ਪਿਛਲੇ ਸਮੇਂ 'ਚ ਅਨਇੰਪਲੋਇਮੈਂਟ ਵਧੀ ਆ, ਇਹ ਇੱਕ ਇਸ਼ੂ ਹੈਗਾ ਆ, ਕਿਉਂਕਿ ਬੱਚੇ ਜਿਹੜੇ ਆ ਉਹਨਾਂ ਨੂੰ ਜੌਬ ਨਹੀਂ ਹੈਗੀ। ਇਸ ਗੱਲ ਦਾ ਪ੍ਰੈਸ਼ਰ ਆ, ਜ਼ਮੀਨਾਂ ਘਟ ਗਈਆਂ, ਖੇਤੀ ਦਾ ਖਰਚਾ ਨਹੀਂ ਨਿਕਲਦਾ। ਰਿਐਲਿਟੀ ਇਹ ਆ, ਕਿਉਂਕਿ ਅੱਗੇ ਕੀ ਹੁੰਦਾ ਸੀ ਵਿੱਚ ਐਡਜਸਟ ਹੋ ਜਾਂਦੇ ਸੀਗੇ, ਹੁਣ ਉਸ ਤਰ੍ਹਾਂ ਦੀ ਐਡਜਸਟਮੈਂਟ ਨਹੀਂ ਹੋ ਰਹੀ।
ਠੀਕ ਹੈ ਨਾ। ਪਰ ਜਿੰਨੇ ਮੇਰੇ ਡਿਪਾਰਟਮੈਂਟ ਦੇ ਵਿੱਚ, ਕਿਉਂਕਿ ਮੈਂ ਸਮਝਦਾ 19 ਤੇ 14 33-34 ਹਜ਼ਾਰ ਦੀ ਪ੍ਰੋਸੈਸ ਜਿਹੜੀ ਆ ਉਹ ਮੈਂ ਕਰ ਦੇਣੀ ਆ। ਇਹ ਹੋ ਸਕਦਾ ਕਿ ਨੇਰ ਸਵੇਰ ਹੋ ਜਾਵੇ, ਹੋ ਸਕਦਾ ਥੋੜਾ ਬਹੁਤਾ ਪਲੱਸ ਮਾਈਨਸ ਹੋ ਜਾਵੇ, ਪਰ ਇੱਕ ਕੰਮ ਕਰੋ ਯਾਰ, ਮੈਂ ਤੁਹਾਨੂੰ ਵੀ ਅੱਗੇ ਕਿਹਾ ਸੀ, ਇਹ ਜਿਹੜੇ ਆਪਸ ਵਿੱਚ ਕਨਫਲਿਕਟ ਆ ਵੀ ਮੰਨ ਲਓ ਕੋਈ ਕਹਿੰਦਾ ਟੈਟ ਹੋਣਾ ਚਾਹੀਦਾ, ਕੋਈ ਕਹਿੰਦਾ ਨਹੀਂ ਹੋਣਾ ਚਾਹੀਦਾ, ਕੋਈ ਕਹਿੰਦਾ ਆ ਏਜ ਇੰਨੀ ਹੋਣੀ ਚਾਹੀਦੀ, ਕੋਈ ਕਹਿੰਦਾ ਨਹੀਂ ਹੋਣੀ ਚਾਹੀਦੀ, ਕਮ ਸੇ ਕਮ ਉਹ ਤਾਂ ਸੌਰਟ ਆਊਟ ਕਰ ਦਿਓ ਨਾ। ਦੇਖੋ ਇੱਕ ਸੈਕਸ਼ਨ ਕਹਿੰਦਾ ਆ ਵੀ ਏਜ ਇੰਨੀ ਹੋਣੀ ਚਾਹੀਦੀ, ਦੂਜਾ ਕਹਿੰਦਾ ਇੰਨੀ ਹੋਣੀ ਚਾਹੀਦੀ ਹੈ। ਯਾਰ ਮੈਂ ਤਾਂ ਹਰ ਤਰ੍ਹਾਂ, ਕਿਉਂਕਿ ਇਹ ਪਿਛਲੇ ਸਮੇਂ 'ਚ ਪ੍ਰੋਬਲਮ ਆਈਆਂ, ਕਾਲਜ ਦੇ ਵਿੱਚ ਵੀ ਆਈਆਂ, ਸਕੂਲਾਂ ਦੇ ਵਿੱਚ ਵੀ ਆਈਆਂ, ਪਰ ਆਪਾਂ ਇਹਨੂੰ ਸੋਲਵ ਕਰ ਲਈਏ। ਉਹ ਤਾਂ ਪਹਿਲਾਂ ਗਵਰਨਮੈਂਟ ਕਹਿੰਦੀ ਸੀ ਵੀ ਨਵਾਂ ਟੱਟ ਲਿਆ ਨਹੀਂ ਨਾ ਜਾਊਗਾ ਵੀ ਜਿੰਨਾ ਚਿਰ ਬੰਦੇ ਬੈਠੇ ਆ। ਦੂਸਰਾ ਜਦੋਂ ਪੋਸਟ ਨਹੀਂ ਆਈ ਬੰਦੇ ਓਵਰਏਜ ਹੋ ਗਏ। ਜਿਹੜੀ ਕੁਸ਼ਕ ਬੇਸਿਕਲੀ ਇਹ ਵੀ ਕਹਿੰਦੇ ਆ ਕਿ ਦੇਖੋ ਜੀ ਤੁਸੀਂ ਤਾਂ ਟੈਟ ਹੀ ਨਹੀਂ ਕੱਢਦੇ, ਗਾਂ ਵੀ ਆ ਗਿਆ ਉਹ, ਪਰ ਮੈਂ ਉਹ ਇੰਨੀਆਂ ਕੁ ਸਫੀਸ਼ੀਐਂਟ ਕੱਢ ਲਊਂਗਾ ਵੀ ਜਿਹਦੇ ਵਿੱਚ ਲਗਭਗ ਸਾਡੇ 80-90% ਬੱਚੇ ਐਡਜਸਟ ਹੋ ਜਾਣ। ਗੱਲ ਹੋਈ ਤੁਸੀਂ ਮੇਰੇ ਕੋ ਆ ਜਾਓ ਯਾਰ, ਤੁਸੀਂ ਬੇਟਾ ਮੈਂ ਕਦੀ ਵੀ ਨੈਗੇਟਿਵ ਨਹੀਂ ਹੈਗਾ, ਮੈਂ ਕਦੀ ਵੀ ਇੱਕ ਰਿਕੁਐਸਟ ਦਿਵਾਲੀ ਵਾਲੀ ਰਾਤ ਕੀਤੀ ਸੀ ਜਦੋਂ ਪਰਸਨਲ ਫੋਟੋ ਲਿਆ ਸੀਗਾ। ਮੈਂ ਕਿਹਾ ਸਰ ਜੇ ਤੁਹਾਡੀ ਥੋੜੀ ਜਿਹੀ ਕੋਸ਼ਿਸ਼ ਕਰਨ ਨਾਲ ਕੋਈ 5-7 ਹਜ਼ਾਰ 10 ਹਜ਼ਾਰ ਘਰ ਦਾ ਚੁੱਲ੍ਹਾ ਬਲਦਾ ਨਾ ਜੀ, ਤੇ ਇਸ ਤੋਂ ਵੱਡੀ ਸੇਵਾ ਮੈਂ ਕਿਹਾ ਮੈਂ ਕਿ ਯਾ ਸਾਡੇ ਬੱਚੇ ਹਾਂਜੀ ਸਰ, ਸਾਡੇ ਬੱਚੇ ਆ, ਕਿਉਂ ਇਦਾਂ ਇਹ ਸਰ ਸਾਡੀ ਮਜਬੂਰੀ ਬਣ ਗਈ। ਨਹੀਂ ਮੈਂ ਸਮਝੇ ਨਹੀਂ, ਮੈਂ ਤੁਹਾਡੀ ਨਹੀਂ ਗੱਲ ਕਰਦਾ, ਤੁਹਾਡੀ ਮੈਂ ਮਾਨਸਿਕਤਾ ਸਮਝ ਸਕਦਾ, ਬਟ ਮੈਨੂੰ ਇਸ ਗੱਲ ਲਈ ਸੱਚੀ ਗੱਲ ਆ ਕਦੀ ਚੰਗਾ ਨਹੀਂ ਲੱਗਦਾ ਸਾਡੇ ਬੱਚੇ ਜਿਹੜੇ ਆ ਸੜਕਾਂ ਤੇ ਬਹਿਣ, ਪ੍ਰੋਟੈਸਟ ਕਰਨ। ਮੈਂ ਤਾਂ ਮੀਡੀਆ ਵਾਲਿਆਂ ਨੂੰ ਕਿਹਾ, ਮੈਂ ਕਿਹਾ ਯਾਰ ਐਂ ਕਰੋ ਤੁਸੀਂ ਬਹਿ ਲਓ ਵਿੱਚ, 5-4 ਤੁਸੀਂ ਬਹਿ ਲਓ, 5-4 ਆਪਾਂ ਇਹਨਾਂ ਚੋਂ ਜਿਹੜੇ ਬਿਠਾਲ ਲੈਨੇ ਆ। ਦੇਖੋ ਇਹਦੇ ਵਿੱਚੋਂ ਦੇਖੋ ਖਬਰ ਤਾਂ ਬਣ ਸਕਦੀ ਆ, ਪਰ ਉਹਦਾ ਸੋਲੂਸ਼ਨ ਨਹੀਂ ਹੈਗਾ। ਦੇਖੋ ਜ਼ਿੰਦਗੀ ਦੇ ਵਿੱਚ ਨਾ ਸਿਰਫ ਆਪਾਂ ਖਬਰ ਲਈ ਨਹੀਂ ਕੰਮ ਕਰਦੇ, ਆਪਾਂ ਦੇਸ਼ ਲਈ ਕੰਮ ਕਰਦੇ ਹਾਂ। ਸੋਲੂਸ਼ਨ ਨਿਕਲਣਾ ਚਾਹੀਦਾ ਇਹਨਾਂ ਦੇ ਕਰਦੇ ਨੇ। ਮਾਹੌਲ ਵੀ ਖਰਾਬ ਹੁੰਦਾ ਕਰਵਾ ਕਦ ਤੱਕ ਸਰ ਇਹਦਾ ਸੋਲੂਸ਼ਨ ਉਹ ਯਾਰ ਹੁਣ ਗੱਲ ਤਾਂ ਹੋ ਗਈ ਆ, ਯਾਰ ਗੱਲ ਤਾਂ ਹੋ ਗਈ ਆ ਸਰ ਇਸ ਗੱਲ ਦਾ ਨਤੀਜਾ ਕਦ ਤੱਕ ਨਿਕਲੇਗਾ? ਯਾਰ ਮੈਂ ਹੁਣ ਆਪਾਂ ਨਤੀਜਾ ਇੱਥੇ ਕੱਢਣ ਲੱਗੇ ਆ। ਕਿੱਦਾਂ ਕੰਪੈਰੀਜ਼ਨ ਕਰ ਰਹੇ ਹੋ? ਸਾਡੇ 10 ਸਕੂਲ ਦੇਖੋ, ਉਹਨਾਂ ਦੇ 5 ਸਕੂਲ ਨੇ, ਸਾਡੇ 1% ਮੈਂ ਤਾਂ ਮੈਨੂੰ ਲੱਗਦਾ ਕਿ ਸਾਰੀਆਂ ਟੀਚਰ ਯੂਨੀਅਨਸ ਨੂੰ 10-10 ਵਾਰ ਮਿਲ ਲਿਆ। ਕੁਛ ਕੁ ਮੈਂ ਇਹਦੇ ਤੇ ਵੀ ਗੱਲ ਕਰਨੀ ਚਾਹੁੰਦਾ, ਕਿਉਂਕਿ ਕੁਛ ਕੁ ਇਹਨਾਂ ਦੇ ਆਪਸੀ ਕਨਫਲਿਕਟ ਹੈ। ਉਹ ਇਸ ਕਰਕੇ ਕਨਫਲਿਕਟ ਆ ਕਿਉਂਕਿ ਸਾਡੀ ਭਰਤੀ ਲਗਭਗ 20,000 ਟੀਚਰ ਦੀ, ਇੱਕ 2364 ਹੈ, ਇੱਕ 6635 ਆ, ਇੱਕ 8393 ਦੀ ਆ। ਸੋ ਲਗਭਗ 18-19 ਹਜ਼ਾਰ ਟੀਚਰ ਦੀ ਭਰਤੀ ਹਾਈ ਕੋਰਟ ਦੇ ਵਿੱਚ ਸਟਕ ਹੋਈ ਆ। ਉਹ ਇਸ ਕਰਕੇ ਹੋਈ ਆ ਕਿ ਕੁਝ ਕੁ ਟੀਚਰਸ ਨੇ ਕੋਰਟ ਦੇ ਵਿੱਚ ਕੇਸਿਸ ਕੀਤੇ ਹੋਏ ਆ, ਔਰ ਮੈਂ ਇਨਫੈਕਟ ਤੁਹਾਡੇ ਜ਼ਰੀਏ ਵੀ ਇਹਨਾਂ ਨੂੰ ਰਿਕੁਐਸਟ ਕਰੂੰਗਾ, ਕਿਉਂਕਿ ਸਾਡੇ ਹੀ ਬੱਚੇ ਆ, ਕਿਉਂਕਿ ਟੀਚਰ ਨੇ ਹੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਸਮਾਜ ਨੂੰ ਬਿਲਡ ਅਪ ਕਰਨਾ ਹੁੰਦਾ। ਟੀਚਰ, ਪੇਰੈਂਟਸ ਤੇ ਟੀਚਰ ਦੋ ਇਹੋ ਜਿਹੇ ਇਨਸਾਨ ਆ ਜਿਨ੍ਹਾਂ ਨੇ ਬੱਚੇ ਨੂੰ ਸ਼ੇਪ ਅਪ ਕਰਨਾ ਹੁੰਦਾ। ਮੈਂ ਹਮੇਸ਼ਾ ਇਸ ਗੱਲ ਦੀ ਰਿਸਪੈਕਟ ਕਰਦਾ, ਔਰ ਮੈਂ ਇਹਨਾਂ ਨੂੰ ਇਹ ਰਿਕੁਐਸਟ ਕਰਦਾ ਕਿ ਆਪਾਂ ਸਾਰੇ ਜਣੇ, ਮੈਂ ਕਿਹਾ ਸੀ ਜਾਂ ਤਾਂ ਇੱਕ ਜਥੇਬੰਦੀ ਬਣਾ ਲਓ, ਤੁਹਾਡੇ ਜਿਹੜੇ ਆਪਸੀ ਕਨਫਲਿਕਟ ਆ ਤੁਸੀਂ ਉਹ ਤਾਂ ਸੋਲਵ। ਹੁਣ ਮੰਨ ਲਓ ਇੱਕ ਕਹਿੰਦਾ ਵੀ ETT ਚਾਹੀਦਾ, ਦੂਜਾ ਕਹਿੰਦਾ ਨਹੀਂ ਚਾਹੀਦਾ। ਹੁਣ ਜਿਹੜਾ, ਔਰ ਇੱਕ ਗੱਲ ਹੋਰ ਵੀ ਆ ਮੈਂ ਤੁਹਾਡੇ ਨਾਲ ਸਾਂਝੀ ਕਰ ਲੈਣਾ, ਇੱਕ ਟੀਚਰ ਇੱਕ ਟੈਂਕੀ ਤੇ ਚੜਿਆ ਆ, ਕਿਉਂਕਿ ਮੈਨੂੰ ਬਹੁਤ ਬੰਦਿਆਂ ਨੇ ਕੁਐਸਚਨ ਕੀਤੇ, ਮੈਂ ਸਾਰੀ ਡਿਟੇਲ ਪੁੱਛੀ, ਉਹਦੇ ਨੰਬਰ 22 ਆ। ਇਹਦਾ ਮਤਲਬ ਜਾਂ ਤਾਂ ਸਕੂਲੇ ਕਦੀ ਗਿਆ ਹੀ ਨਹੀਂ, ਕੰਧ ਤੇ ਰਿਹਾ। ਮੈਂ ਕਦੀ ਵੀ ਇਸ ਗੱਲ ਲਈ ਨਾ ਕਦੀ ਝੁਕਿਆ ਹੀ ਆ, ਨਾ ਕਦੀ ਇਸ ਗੱਲ ਲਈ ਕੰਪਰੋਮਾਈਜ਼ ਹੀ ਕੀਤਾ। ਯੈਸ, ਜਿਹੜੇ ਬੱਚੇ ਮੈਰਿਟ ਦੇ ਵਿੱਚ ਹੈਗੇ ਆ, ਮੈਨੂੰ ਅਫਸੋਸ ਹੁੰਦਾ ਕਿ ਜਦੋਂ ਉਹ ਕਿਤੇ ਧਰਨੇ ਤੇ ਬੈਠਦੇ ਆ। ਮੈਂ ਤਾਂ ਪਿੱਛੇ ਜਿਹਾ ਵੀ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਯਾਰ ਆ ਜਾਓ ਮੇਰੇ ਨਾਲ ਜਦੋਂ ਮਰਜ਼ੀ ਗੱਲ ਕਰ ਲਓ, ਲੇਕਿਨ ਜਿਹੜੀਆਂ ਆਪਸ ਵਿੱਚ ਇਹਨਾਂ ਦਾ ਕਨਫਲਿਕਟ ਆ, ਹੁਣ ਕੋਰਟ ਦੇ ਇਸ਼ੂਜ਼ ਹੈਗੇ ਆ। ਜੇ ਸਾਡੀ 19,000 ਦੀ ਭਰਤੀ ਲਗਭਗ ਕੋਰਟ ਦੇ ਵਿੱਚ 29 ਤਰੀਕ ਹੈ। ਅੱਛਾ, ਇਹਨਾਂ ਨੂੰ ਵੀ ਪਤਾ ਇੱਕ ਸਟਕ ਡਾਊਨ ਹੋ ਗਈ, ਕਿਉਂਕਿ ਮੈਂ 3 ਦਿਨ AG ਕੋਲ ਆਪ ਖੁਦ ਬਹਿ ਕੇ, ਐਡਵੋਕੇਟ ਜਨਰਲ ਕੋਲ ਖੁਦ ਬਹਿ ਕੇ ਮੈਂ ਕਿਹਾ ਵੀ ਇਹ ਕੰਟੀਨਿਊ ਇਹਦੀ ਬਹਿਸ ਕਰਾਉਣੀ ਆ, ਔਰ ਉਹਦੇ ਵਿੱਚ ਇੱਕ 29 ਹੁਣ 29 ਨਵੰਬਰ ਹੈ, ਇੱਕ 2 ਦਸੰਬਰ ਹੈ, ਔਰ ਇਹਦੇ ਤੋਂ ਇਲਾਵਾ ਅਸੀਂ ਲਗਭਗ 15,000 ਜਿਹੜੇ ਟੀਚਰਸ ਹੈ ਉਹਦੀ ਭਰਤੀ ਹੋਰ ਜਿਹੜੀ ਆ ਉਹ ਡਿਪਾਰਟਮੈਂਟਸ ਨੂੰ ਲਿਖੀ ਆ। ਕਿਉਂਕਿ ਇਹ ਠੀਕ ਆ ਸਮਾਂ ਥੋੜਾ, ਬਟ ਐਟ ਦਾ ਸੇਮ ਟਾਈਮ ਸਰਕਾਰ ਵੱਲੋਂ ਕੋਈ ਇਹੋ ਜਿਹੀ ਸਮੱਸਿਆ ਨਹੀਂ ਹੈ, ਲੇਕਿਨ ਸੋਲਿਊਸ਼ਨ ਯੈਸ, ਸੋਲਿਊਸ਼ਨ ਨੂੰ ਟਾਈਮ ਲੱਗਦਾ, ਕਿਉਂਕਿ ਪੈਨਿਕ ਆ
ਵੀ ਪਤਾ ਨਹੀਂ ਕੋਡ ਆਫ ਕੰਡਕਟ ਲੱਗ ਗਿਆ, ਪਤਾ ਨਹੀਂ ਕੀ ਹੋ ਗਿਆ। ਆਈ ਐਮ ਵੈਰੀ ਪੋਜ਼ਿਟਿਵ, ਸਾਡੇ ਚੀਫ ਮਿਨਿਸਟਰ ਬਹੁਤ ਪੋਜ਼ਿਟਿਵ ਆ ਕਿ ਹਾਂ ਬਈ ਅਸੀਂ ਇਹਨੂੰ ਸੋਲਵ ਕਰਨਾ, ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਜੇ 4 ਸੜਕਾਂ ਘੱਟ ਵੀ ਬਣ ਜਾਣਗੀਆਂ ਕੁਛ ਨਹੀਂ, ਲੇਕਿਨ ਜੇ ਸਾਡੀ ਆਉਣ ਵਾਲੀ ਪੀੜ੍ਹੀ ਜੇ ਉਹਨੂੰ ਅਸੀਂ ਸਮੇਂ ਦਾ ਹਾਣੀ ਬਣਾ ਸਕੇ ਤਾਂ ਉਹ ਹੀ ਸਾਡੀ ਬਿਹਤਰੀ ਲਈ ਕੰਮ ਕਰ ਸਕਦੀ ਆ, ਆਪਣੀ ਬਿਹਤਰੀ ਲਈ ਕਰ ਸਕਦੀ ਆ, ਪੰਜਾਬ ਦੀ ਬਿਹਤਰੀ ਲਈ ਕੰਮ ਕਰ ਸਕਦੀ ਆ। ਟੀਚਰ ਜਿਹੜਾ ਉਹ ਜਿੰਨਾ ਕੰਫਰਟ ਹੋਊਗਾ, ਕੰਫਰਟੇਬਲ ਲੈਵਲ ਦੇ ਵਿੱਚ ਜਾਊਗਾ, ਉਨਾ ਹੀ ਉਹ ਬਿਹਤਰ ਕੰਮ ਕਰ ਸਕੂਗਾ, ਉਨਾ ਹੀ ਸਾਡੇ ਬੱਚੇ ਜਿਹੜੇ ਆ। ਔਰ ਉਹਦੇ ਲਈ ਸਾਨੂੰ ਸਮੇਂ ਦਾ ਹਾਣੀ ਬਣਾਉਣਾ ਉਹ ਬਹੁਤ ਵੱਡਾ ਚੈਲੰਜ ਹੈਗਾ, ਔਰ ਉਹਦੇ ਲਈ ਅਸੀਂ ਕੰਮ ਕਰ ਰਹੇ ਹਾਂ ਤਾਂ ਕਿ ਆਉਣ ਵਾਲੇ ਸਮੇਂ 'ਚ ਸਾਡੀ ਇਹ ਸਮੱਸਿਆ ਉਹਦੀ ਇੰਪਲੋਏਬਿਲਿਟੀ, ਮੈਂ ਤੁਹਾਡੇ ਨਾਲ ਈਵਨ ਹਾਇਰ ਐਜੂਕੇਸ਼ਨ ਦੀ ਗੱਲ ਵੀ ਕਰ ਸਕਦਾ, ਕਿਉਂਕਿ ਮੈਂ ਸਾਰੇ ਜਿੰਨੇ ਵਾਈਸ ਚਾਂਸਲਰ ਹੈਗੇ ਈਵਨ ਪ੍ਰਾਈਵੇਟ ਯੂਨੀਵਰਸਿਟੀਜ਼ ਦੇ, ਸਰਕਾਰੀ ਯੂਨੀਵਰਸਿਟੀਜ਼ ਦੇ, ਸਾਡੀ ਜਿਹੜੀ ਇੰਪਲੋਏਬਿਲਿਟੀ ਆ 10 ਤੋਂ 12% ਆ। ਮੈਂ ਕਿਹਾ ਇਹਦਾ ਮਤਲਬ ਕਿ ਸਾਡੀ ਐਜੂਕੇਸ਼ਨ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਗੈਪ ਹੈਗਾ, ਕਿਉਂਕਿ ਮੈਂ ਇੰਡਸਟਰੀਲਿਸਟ ਵੀ ਸੱਦੇ ਸੀ। ਇੰਡਸਟਰੀਲਿਸਟ ਕਹਿੰਦੇ ਸਾਨੂੰ ਬੱਚਾ ਨਹੀਂ ਮਿਲਦਾ ਕੰਮ ਕਰਨ ਲਈ, ਬੱਚਾ ਕਹਿੰਦਾ ਮੈਨੂੰ ਨੌਕਰੀ ਨਹੀਂ ਮਿਲਦੀ, ਇਹਦਾ ਮਤਲਬ ਕਿਤੇ ਨਾ ਕਿਤੇ ਗੈਪ ਹੈਗਾ। ਮੈਂ ਕਿਹਾ ਲੈਟ ਅਸ ਸਿਟ ਟੂਗੈਦਰ, ਸਾਰੇ ਐਕਸਪਰਟਸ ਬੁਲਾ ਲਓ, ਕਿਉਂਕਿ ਜੇ ਕੁਝ ਸਾਨੂੰ ਬਾਹਰੋਂ ਵੀ ਹਾਇਰ ਕਰਨਾ ਪੈਂਦਾ ਵੀ ਹੈਵ ਟੂ ਥਿੰਕ ਔਨ ਦੋਜ਼ ਲਾਈਨਸ। ਮੈਂ ਸਾਡੇ ਪੂਰੀ ਕੈਬਨਿਟ ਨੂੰ ਵੀ ਕਿਹਾ, ਮੈਂ ਕਿਹਾ ਯਾਰ ਆਪਾਂ ਬਾਕੀ ਚੀਜ਼ਾਂ ਭਾਵੇਂ ਘੱਟ ਕਰ ਲਈਏ, ਲੇਕਿਨ ਇਹ ਇਸ਼ੂ ਜਿਹੜਾ ਬੱਚਿਆਂ ਨੂੰ ਪੜ੍ਹਾਉਣ ਦਾ ਇਸ਼ੂ ਆ, ਜੇ ਅਸੀਂ ਉਹਨਾਂ ਨੂੰ ਇੰਪਲੋਏਬਿਲਿਟੀ ਤੱਕ ਲੈ ਗਏ, ਜੇ ਉਹਨਾਂ ਨੂੰ ਸਮੇਂ ਦਾ ਹਾਣੀ ਬਣਾ ਲਿਆ, ਔਰ ਉਹਦੇ ਚੈਲੰਜਸ ਹੈਗੇ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਕਿਉਂਕਿ ਸਾਡੇ ਸਰਕਾਰੀ ਸਿਸਟਮ 'ਚ ਕਈ ਕਮਜ਼ੋਰੀਆਂ ਵੀ ਹੈਗੀਆਂ। ਪ੍ਰਾਈਵੇਟ ਸੈਕਟਰ ਕਾਸਟਲੀ ਬਹੁਤ ਹੈ, ਸਾਡੀਆਂ ਜਿਹੜੀਆਂ ਚੈਰੀਟੇਬਲ ਇੰਸਟੀਟਿਊਸ਼ਨਸ ਆ ਉਹਨਾਂ ਤੇ ਵੀ ਕਈ ਤਰ੍ਹਾਂ ਦੇ ਪ੍ਰੈਸ਼ਰ ਹੈਗੇ ਆ, ਚੈਲੰਜਸ ਵੀ ਹੈਗੇ ਆ, ਲੇਕਿਨ ਇਹਨੂੰ ਇੱਕ ਲੜੀ ਦੇ ਵਿੱਚ ਪਰੋ ਕੇ ਪੰਜਾਬ ਦਾ ਬੱਚਾ ਤਾਂ ਪੰਜਾਬ ਦਾ ਹੀ ਆ ਨਾ, ਉਹਨੂੰ ਅੱਗੇ ਲੈ ਕੇ ਜਾਣਾ, ਉਹਦੇ ਲਈ ਦੇਖੋ ਸਮਾਂ ਚਾਹੀਦਾ। ਮੈਂ ਨਹੀਂ ਕਹਿੰਦਾ ਇਹ ਓਵਰਨਾਈਟ ਹੁੰਦਾ, ਕਿਉਂਕਿ ਕਈ ਵਾਰੀ ਹੁਣ ਸਪੋਰਟਸ ਦੀ ਕਈ ਵਾਰੀ ਗੱਲ ਆਉਂਦੀ ਆ, ਆ ਜਿਹੜੇ ਹੁਣ ਸਾਡੇ ਆ ਬੱਚੇ ਮੈਡਲ ਲੈ ਕੇ ਆਏ ਆ, ਇਹ 2005 ਦਾ ਪਹਿਲਾ ਬੈਚ ਹੈ ਜਿਹੜੇ ਅਸੀਂ ਇਹਨਾਂ ਨੂੰ ਠੀਕ ਏਜ ਗਰੁੱਪ ਦੇ ਵਿੱਚ ਠੀਕ ਟ੍ਰੇਨਿੰਗ ਦੇ ਕੇ, ਤਾਂ ਇਹ 11 ਬੱਚੇ ਜਿਹੜੇ ਪੰਜਾਬ ਦੇ ਹਿੰਦੁਸਤਾਨ ਦੀ ਟੀਮ ਦੇ ਮੈਡਲ ਲੈ ਕੇ ਆਏ ਆ। ਇਹ ਬੇਸਿਕਲੀ ਲੌਂਗ ਟਰਮ ਦੀ ਗੱਲ ਹੈ, ਇਹ ਐਜੂਕੇਸ਼ਨ ਵੀ ਲੌਂਗ ਟਰਮ ਦੀ ਗੱਲ ਹੈ, ਔਰ ਸਪੋਰਟਸ ਵੀ ਜਿਹੜੀ ਉਹ ਲੌਂਗ ਟਰਮ ਦੀ ਗੱਲ ਹੈ। ਉਹ ਇਸ ਕਰਕੇ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਕਰਦਾ, ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਹ ਬੱਚੇ ਕਦੀ ਵੀ ਮੇਰੇ ਜਿਹੜੇ 10 ਵਾਰੀ ਆਏ ਮੈਂ 10 ਵਾਰੀ ਮਿਲ ਲਿਆ, ਜਿਹੜੇ 20 ਵਾਰੀ ਆਏ ਮੈਂ 20 ਵਾਰੀ ਮਿਲ ਲਿਆ। ਮੈਂ ਕਿਹਾ ਯਾਰ ਮੈਨੂੰ ਕੰਮ ਕਰਨ ਦਿਓ, 35 ਦਿਨ ਹੋਏ ਆ, 36 ਦਿਨ ਹੋਏ ਆ, ਸੋ ਜਿਹੜੀਆਂ ਚੀਜ਼ਾਂ ਸੌਟ ਆਊਟ ਹੋ ਰਹੀਆਂ ਅਸੀਂ ਸੌਟ ਆਊਟ ਕਰ ਰਹੇ ਹਾਂ, ਜਿਹੜੀਆਂ ਇਹਨਾਂ ਦੇ ਆਪਸੀ ਕਨਫਲਿਕਟ ਆ ਉਹਨਾਂ ਨੂੰ ਬਿਠਾ ਕੇ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਐਂਡ ਆਫ ਦਾ ਡੇ ਇੱਕ ਕਹਿੰਦਾ ਜੀ 42 ਸਾਲ ਉਮਰ ਹੋਣੀ ਚਾਹੀਦੀ ਆ, ਇੱਕ ਕਹਿੰਦਾ ਜੀ ਰੈਗੂਲਰ ਉਮਰ ਹੋਣੀ ਚਾਹੀਦੀ ਆ। ਸਾਡੇ ਕਾਲਜਸ ਦੇ ਜਿਹੜੇ ਲੈਕਚਰਰ ਆ ਪਿਛਲੇ 22 ਸਾਲਾਂ 'ਚ ਕਿਸੇ ਨੇ ਲੈਕਚਰਰ ਨਹੀਂ ਭਰਤੀ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਉਹਦੇ ਵਿੱਚ ਇੰਟਰਵਿਊ ਦੇ 20 ਨੰਬਰ ਸੀ। 20 ਨੰਬਰ ਸੱਚੀ ਗੱਲ ਆ ਉਹ ਕਿਤੇ ਨਾ ਕਿਤੇ ਇਨਫਲੂਐਂਸ ਵੀ ਹੁੰਦੇ ਸੀ ਤੇ ਉਹ ਕਰਪਸ਼ਨ ਵੀ ਸੀ। ਮੈਂ ਉਹ 20 ਦੇ 20 ਕੱਢ ਦਿੱਤੇ। ਮੈਂ ਕਹਿੰਦਾ ਜਿਹੜਾ ਮੈਰਿਟ ਤੇ ਆ ਜਾਊਗਾ ਉਹਨੂੰ ਮੈਨੂੰ ਲੱਗਦਾ ਕਿ ਅਸੀਂ 2, 3, 4 ਤਰੀਕ ਤੱਕ ਅਨਲੈਸ ਅਦਰਵਾਈਜ਼ ਕੋਈ ਕੋਰਟ ਦੀ ਕੋਈ ਇਦਾਂ ਦੀ ਡਾਇਰੈਕਸ਼ਨ ਨਾ ਹੋਈ, ਕਿਉਂਕਿ 22 ਸਾਲਾਂ ਦੇ ਵਿੱਚ ਕਿਉਂਕਿ ਮੈਨੂੰ ਲੱਗਦਾ ਕਿ ਸਾਨੂੰ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਆ। ਸਾਡੇ ਕਾਲਜਸ ਜਿਹੜੇ ਆ ਉਹਨਾਂ ਨੂੰ ਸਮੇਂ ਦਾ ਹਾਣੀ ਬਣਾਉਣਾ, ਟੀਚਰਸ ਦੀ ਅਪਗ੍ਰੇਡੇਸ਼ਨ ਕਰਨੀ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਐਂਡ ਵੈਰੀ ਡਿਫਿਕਲਟ ਆਲਸੋ, ਕਿਉਂਕਿ ਇਹਨੂੰ ਸਾਨੂੰ ਇੱਧਰ ਨੂੰ ਸੋਚਣ ਦੀ ਜ਼ਰੂਰਤ ਹੈ। ਮੈਂ ਤਾਂ ਤੁਹਾਨੂੰ ਰਾਦਰ ਰਿਕੁਐਸਟ ਕਰੂੰਗਾ ਕਿ ਇਹਨਾਂ ਵੀ ਜਥੇਬੰਦੀਆਂ ਨਾ ਜੇ ਕਿਤੇ ਤੁਹਾਨੂੰ ਵੀ ਕਿਤੇ ਚਾਂਸ ਮਿਲਦਾ, ਕਿਉਂਕਿ ਅਲਟੀਮੇਟਲੀ ਜਦੋਂ ਕੈਮਰਾ ਆਉਂਦਾ ਨਾ ਫਿਰ ਕਿਤੇ ਬਹੁਤਾ ਜ਼ਿਆਦਾ ਇਹ ਐਗਰੈਸਿਵ ਵੀ ਹੋ ਜਾਂਦੇ ਆ। ਇਹ ਨਾ ਦੇਖੋ ਮੈਂ ਤੁਹਾਡੀ ਹਾਜ਼ਰੀ 'ਚ ਬਹਿਣ ਨੂੰ ਤਿਆਰ ਆ, ਕੋਈ ਰੌਲਾ ਹੀ ਨਹੀਂ ਹੈ। ਮੈਂ ਤਾਂ ਬੇਸਿਕਲੀ ਦੇਖੋ ਤੁਸੀਂ ਡੈਮੋਕ੍ਰੇਸੀ ਦਾ ਚੌਥਾ ਪਿਲਰ ਹੋ, ਮੈਂ ਤੁਹਾਡੀ ਹਾਜ਼ਰੀ 'ਚ ਬਹਿਣ ਨੂੰ ਤਿਆਰ ਆ ਵੀ ਆ ਜਾਓ ਯਾਰ ਡਿਸਕਸ ਕਰ ਲਈਏ, ਉਹਦੇ 'ਚੋਂ ਚੰਗੀ ਚੀਜ਼ ਕੱਢ ਲਈਏ। ਤੇ ਨੈਗੇਟਿਵਿਟੀ ਦੇ ਵਿੱਚੋਂ ਤਾਂ ਕੁਝ ਨਹੀਂ ਨਿਕਲੂਗਾ, ਕਿਉਂਕਿ ਜੇ ਕੰਮ ਨਹੀਂ ਕਰਨ ਦੇਣਗੇ, ਜੇ ਸਮਾਂ ਨਹੀਂ, ਮੈਂ ਤਾਂ ਇੱਕ ਦਿਨ ਮੀਟਿੰਗ ਵੀ ਜੇ ਕਰਦਾ ਤੇ ਰਾਤ ਨੂੰ ਕਰਦਾ, ਰਾਤ ਨੂੰ ਵੀ 7 ਵਜੇ ਬੈਠ ਕੇ। ਅੱਛਾ ਨਹੀਂ ਤਾਂ ਫਿਰ ਉਹ ਸਾਰੀ ਦਿਹਾੜੀ ਉਹੀ ਮੇਲ ਮਿਲਾਪ ਵਾਲਾ ਕੰਮ ਰਹਿੰਦਾ। ਸੋ ਇਸ ਕਰਕੇ ਤੁਸੀਂ ਨਹੀਂ ਕੋਈ ਨਹੀਂ, ਡੈਮੋਕ੍ਰੇਸੀ ਦੇ ਵਿੱਚ ਕੇਜਰੀਵਾਲ ਦਾ ਤਾਂ ਕੰਮ ਇਹ ਆ, ਕਿਉਂਕਿ ਜਿਹੜਾ 22 ਕਰੋੜ ਦਾ ਐਨਹਾਂਸ ਕਰਕੇ 600 ਕਰੋੜ ਲੈ ਲਿਆ, ਉਹ 600 ਕਰੋੜ ਪਬਲਿਸਿਟੀ ਦਾ ਹੀ ਆ। ਮੋਦੀ ਜੀ ਦਾ ਵੀ ਇਹੀ ਕੰਮ ਆ। ਇਦੋਂ ਵੱਧ ਕੰਮ ਕਰ ਲਈਏ ਆਪਾਂ, ਕੰਮ ਕਰਕੇ ਜਿਹੜੀਆਂ ਸਮੱਸਿਆਵਾਂ ਕੁਝ ਸੋਲਿਊਸ਼ਨ ਕੱਢ ਲਈਏ, ਕਿਉਂਕਿ ਕਦੀ ਇਹ ਗੱਲ ਨਹੀਂ ਕਰਦੇ। ਜੇ ਕਦੀ ਪਾਕਿਸਤਾਨ ਦੀ ਗੱਲ ਕਰ ਲੈਣਗੇ, ਕਦੀ ਇਹ ਨਵਜੋਤ ਸਿੱਧੂ ਦੀ ਗੱਲ ਕਰ ਲੈਣਗੇ। ਮੈਂ ਤਾਂ ਨਵਜੋਤ ਸਿੱਧੂ ਸੱਚੀ ਗੱਲ ਆ ਦੋਨੇ ਇਕੱਠੇ ਸੀ ਜਦੋਂ ਪਾਕਿਸਤਾਨ ਗਏ ਆ, ਉੱਥੇ ਕੋਈ ਗੱਲ ਹੀ ਨਹੀਂ ਹੋਈ।
लेकिन इन्होंने कहता भी बई वो बड़ा भाई कहा बई जदों मोदी जी जाते आ और अनइनवाइटेड जाते आ नवाज शरीफ के ब्रेकफास्ट से चले गए जिदन उन्होंने बर्थडे सीगा। अच्छा उदण वो सारा कुछ ठीक है। अनफॉर्चूनेटली देखो तुसी भी गुस्सा ना करियो, जिहड़ा सैक्शन ऑफ मीडिया ना जिन्हों गोदी मीडिया कहते आ वो भी किते ना किते इहो जिहा रोल बहुत प्ले करदा। पंजाब च असी बहुत लकी हाँ भी जिहड़े पंजाब च सारे जने इंडिपेंडेंट गल करते आ। ईवन कि मैं तो पीटर नूं भी कहना हुन्ना चलो भावें So thank you very much.